ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਸੱਚਮੁੱਚ ਮਨੁੱਖਾਂ ਦੇ ਵਿੱਚ ਆਪਣੀ ਮੁਕਤੀ ਦਾ ਕੰਮ ਕਰਕੇ ਉਹਨਾਂ ਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰਨ ਵਾਲਾ ਪ੍ਰੇਮੀ ਪਰਮੇਸ਼ਰ ਹੈ। ਔਰ ਨਿਤ ਪ੍ਰਤੀ ਦਿਨ ਜਿਹੜੇ ਤੇਰੇ ਵਿੱਚ ਨਵਾਂ ਜਨਮ ਪਾ ਕੇ ਜੀਵਨ ਬਤੀਤ ਕਰਦੇ ਨੇ, ਉਹਨਾਂ ਦੇ ਲਈ ਭਲਾਈ ਕਰਨ ਵਾਲਾ ਪ੍ਰੇਮੀ ਪਰਮੇਸ਼ਰ ਹੈ। ਪਰਮੇਸ਼ਰ, ਜਦੋਂ ਅਸੀਂ ਤੇਰੇ ਵਚਨ ਨੂੰ ਪੜ੍ਹਨ ਜਾ ਰਹੇ ਹਾਂ, ਉਸ ਦਾ ਮਨਨ ਕਰਨ ਜਾ ਰਹੇ ਹਾਂ, ਸਾਨੂੰ ਆਪਣੀ ਬੁੱਧ, ਆਪਣੀ ਸਮਝ, ਆਪਣਾ ਗਿਆਨ ਦੇ ਕੇ ਇਸਤੇਮਾਲ ਕਰ, ਤਾਂ ਕਿ ਅਸੀਂ ਤੇਰੇ ਸਵਰਗ ਰਾਜ ਦੀ ਉન્નਤੀ ਦੇ ਵਿੱਚ ਅਤੇ ਜਿਉਂਦੀ ਆਸ ਦੇ ਵਿੱਚ ਦਿਨ ਪ੍ਰਤੀ ਦਿਨ ਤੇਰੇ ਵਿੱਚ ਵਧਦੇ ਜਾਈਏ ਔਰ ਤੇਰਾ ਹੀ ਨਾਮ ਉੱਚਾ ਹੋਵੇ। ਪਰਮੇਸ਼ਰ ਪਿਤਾ, ਸੁਣਨ ਵਾਲੇ ਅਤੇ ਬੋਲਣ ਵਾਲੇ ਦੋਨਾਂ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ 2 ਕਰੰਥੀਆਂ 5:17। ਇਹ ਬੜਾ ਜਾਣਿਆ ਪਛਾਣਿਆ ਹੋਇਆ ਖੰਡ ਹੈ ਅਤੇ ਇਸ ਵਿੱਚ ਅਸੀਂ ਕਈ ਵਾਰ ਪਰਮੇਸ਼ਰ ਦੇ ਵਚਨ ਦੇ ਵਾਕ ਅਤੇ ਪ੍ਰਚਾਰ ਨੂੰ ਸੁਣਿਆ ਹੋਵੇਗਾ, ਪਰ ਅੱਜ ਮੈਂ ਆਪ ਦੇ ਨਾਲ ਮਸੀਹ ਦੇ ਪ੍ਰੇਮ ਦੀ ਗੱਲ ਅਤੇ ਮਸੀਹ ਦੇ ਸ੍ਰਿਸ਼ਟੀ ਦੇ ਰਚੇ ਜਾਣ ਦੀ ਗੱਲ ਇਸ ਵਿੱਚੋਂ ਆਪ ਦੇ ਨਾਲ ਕਰਾਂਗਾ। ਇੱਥੇ 5:17 ਜੋ ਲਿਖਿਆ, ਮੈਂ ਉਸ ਨੂੰ ਆਪ ਦੇ ਲਈ ਪੜ੍ਹ ਰਿਹਾ ਹਾਂ। ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ, ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਉਹ ਸਭ ਨਵੀਆਂ ਹੋ ਗਈਆਂ ਹਨ। ਇਹ ਵਚਨ ਬੜਾ ਹੀ ਦਿਲਚਸਪ ਵਚਨ ਹੈ। ਜਦੋਂ ਪੌਲਸ ਕੁਰੰਥ ਨੂੰ ਇਹ ਲੈਟਰ ਲਿਖ ਰਿਹਾ ਹੈ ਰੋਮ ਦੇ ਵਿੱਚੋਂ, ਤਾਂ ਉਹ ਕੁਰੰਥ ਦੀਆਂ ਜੋ ਸਮੱਸਿਆਵਾਂ ਹੈ ਉਹਨਾਂ ਸਮੱਸਿਆਵਾਂ ਨੂੰ ਸੁਲਝਾ ਕੇ ਇੱਥੇ ਉਹਨਾਂ ਦੇ ਉਤਸ਼ਾਹ ਨੂੰ ਪ੍ਰਗਟ ਕਰਨ ਦੇ ਲਈ ਲਿਖ ਰਿਹਾ ਹੈ। ਉਹ ਦੱਸ ਰਿਹਾ ਹੈ ਕਿ ਸਾਨੂੰ ਸੰਸਾਰ ਦੀਆਂ ਗੱਲਾਂ ਦੇ ਉੱਤੇ ਨਹੀਂ, ਸੰਸਾਰ ਦੇ ਕੰਮ ਧੰਦਿਆਂ ਦੇ ਜਾਂ ਉਹਨਾਂ ਦੀਆਂ ਰੀਤਾਂ ਦੇ ਅਨੁਸਾਰ ਨਹੀਂ, ਬਲਕਿ ਮਸੀਹ ਦੇ ਅਨੁਸਾਰ ਨਵੀਂ ਸ੍ਰਿਸ਼ਟ ਦੇ ਵਿੱਚ ਜੀਵਨ ਬਤੀਤ ਕਰਨਾ ਹੈ। ਇਹ ਗੱਲਾਂ ਉਹ ਕੁਰੰਥ ਦੇ ਵਿਸ਼ਵਾਸੀਆਂ ਨੂੰ ਦੱਸ ਰਿਹਾ ਹੈ, ਕਿਉਂਕਿ ਕੁਰੰਥ ਦੇ ਕਲੀਸਿਆਵਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਬਹੁਤ ਸਾਰੇ ਲੜਾਈ, ਬਹੁਤ ਸਾਰੇ ਝਗੜੇ ਅਤੇ ਬਹੁਤ ਸਾਰੇ ਵਿਵਾਦ ਸੀ, ਜਿਨ੍ਹਾਂ ਨੂੰ ਪੌਲਸ ਨੇ ਆਪਣੇ ਖੱਤ ਦੇ ਵਿੱਚ ਬੜੇ ਤਰੀਕੇ ਅਤੇ ਸਿਸਟੇਮੈਟਿਕ ਤਰੀਕੇ ਦੇ ਨਾਲ ਸੁਲਝਾਇਆ ਹੈ। ਵਿਆਹ ਦੇ ਮਸਲੇ ਇਸ ਵਿੱਚ ਹੈ, ਖਾਣੇ ਦੇ ਮਸਲੇ ਇਸ ਵਿੱਚ ਹੈ, ਮਸੀਹ ਦੇ ਪ੍ਰਤੀ ਮਸਲਿਆਂ ਦਾ ਹੱਲ ਇਸ ਵਿੱਚ ਹੈ, ਪਰਮੇਸ਼ਵਰ ਤਬ ਦੇ ਪ੍ਰਤੀ ਜੋ ਮਸਲੇ ਆ ਉਸ ਦਾ ਹੱਲ ਇਸ ਵਿੱਚ ਹੈ। ਹਰ ਤਰ੍ਹਾਂ ਦੀ ਦਾਨ ਦੇ ਵਿਖੇ, ਹਰ ਤਰ੍ਹਾਂ ਦੀ ਸਿੱਖਿਆ ਦਾ ਇਸ ਜਗ੍ਹਾ ਦੇ ਉੱਤੇ ਜੋ ਉਹਨਾਂ ਦੇ ਵਿੱਚ ਵਿਵਾਦ ਸੀ, ਜੋ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ, ਉਸ ਨੂੰ ਪੌਲਸ ਨੇ ਇੱਥੇ ਵਿਸਤਾਰ ਦੇ ਨਾਲ ਸਮਝਾਇਆ। ਹੁਣ ਪੌਲਸ ਇੱਥੇ ਉਹਨਾਂ ਵਿਸ਼ਵਾਸੀਆਂ ਨੂੰ ਸਮਝਾ ਰਿਹਾ ਹੈ ਕਿ ਤੁਸੀਂ ਜੋ ਮਸੀਹ ਦੇ ਵਿੱਚ ਨਵਾਂ ਜਨਮ ਪਾ ਲੈਂਦੇ ਹੋ, ਤੌਬਾ ਕਰ ਲੈਂਦੇ ਹੋ, ਤੁਸੀਂ ਨਵੀਂ ਸ੍ਰਿਸ਼ਟੀ। ਜਦੋਂ ਅਸੀਂ ਰੋਮੀਆਂ ਦੀ ਪੁਸਤਕ ਉਸ ਦਾ 12 ਅਧਿਆਇ ਉਸ ਦੀ 2 ਆਇਤ ਪੜ੍ਹਦੇ ਹਾਂ, ਤਾਂ ਉਸ ਵਿੱਚ ਪੌਲਸ ਰਸੂਲ ਵਿਸ਼ਵਾਸੀਆਂ ਦੇ ਬਾਰੇ ਬੜਾ ਸਾਫ਼ ਇੱਕ ਵਚਨ ਦੱਸਦਾ ਹੈ। ਕਹਿੰਦਾ ਹੈ, ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ। ਵਿਸ਼ਵਾਸੀਆਂ ਨੂੰ ਕਹਿ ਰਿਹਾ, ਇੱਥੇ ਕਹਿ ਰਿਹਾ ਸੋ ਜੋ ਕੋਈ ਮਸੀਹ ਵਿੱਚ ਹੈ ਨਵੀਂ ਸ੍ਰਿਸ਼ਟ ਹੈ। ਇੱਥੇ ਕਹਿੰਦਾ ਇਸ ਯੁੱਗ ਜਿਹੇ ਰੂਪ ਜਿਹੇ ਨਾ ਬਣੋ, ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਾਈ ਪਰਮੇਸ਼ਵਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਨਵੀਂ ਸ੍ਰਿਸ਼ਟ ਦੇ ਵਿੱਚ ਜੋ ਨਵੇਂ ਲੋਕ ਆ ਉਹਨਾਂ ਦੇ ਬਾਰੇ ਪੌਲਸ ਰਸੂਲ ਦਾ ਸਾਫ਼ ਰੀਤੀ ਨਾਲ, ਸਿੱਧੇ ਰੀਤੀ ਨਾਲ ਕਹਿ ਰਿਹਾ ਹੈ ਕਿ ਜੋ ਨਵੀਂ ਸ੍ਰਿਸ਼ਟ ਦੇ ਹਿੱਸੇਦਾਰ ਬਣ ਚੁੱਕੇ ਹੈ, ਜੋ ਨਵੀਂ ਸ੍ਰਿਸ਼ਟ ਦੇ ਭਾਗੀਦਾਰ ਹੋ ਚੁੱਕੇ ਹੈ, ਜੋ ਨਵੀਂ ਸ੍ਰਿਸ਼ਟ ਦੇ ਵਿੱਚ ਆਪਣੇ ਆਪ ਨੂੰ ਨਿਯੁਕਤ ਕਰ ਚੁੱਕੇ ਹੈ, ਉਹਨਾਂ ਦਾ ਇਸ ਯੁੱਗ ਦੇ ਰੂਪ ਜਿਹਾ ਨਹੀਂ ਹੋਣਾ ਚਾਹੀਦਾ।
इस युग तो अलग, मतलब कि मसीह दे स्वरूप जिहा होना चाहिए। इत्थे लिखिया है सो जे कोई मसीह विच है, इत्थे ये नहीं लिखिया है जेड़ा मनुख मसीही है वो नवीं सृष्टि, ऐदा नहीं लिखिया। इत्थे लिखिया है सो जो मसीह यसू विच है, जेड़ा मसीह है वो नहीं, वो गलत संदेश साडे जीवन विच आउंदा है। लिखिया इस तरह कहा गया कि इस दुनिया विच अपने आप नूं मसीही अखवाण वाले लोग बहुत हैं, पर वो सब मसीह विच नहीं हैं। हथ विच बाइबल फड़ते हैं, बड़ियां बड़ियां गल्लां करते हैं, बड़े बड़े दावे करते हैं, लंबियां प्रार्थना करते हैं, पर दिलों मसीह दी नवीं सृष्टि नहीं। उदाहरण के रूप विच मेरी उंगली, ये जिहड़ी उंगली है ये मेरे शरीर का एक हिस्सा है। अजिहा मैं आख सकदा हाँ, मेरी उंगली नूं खिच्चण दे द्वारा तुसी मेरे पूरे शरीर नूं खिच्चोगे, पर जेकर मैं अपने हथ विच पवित्र बाइबल नूं फड़ा तां ओ मेरा भाग नहीं है। जेकर कोई व्यक्ति आत्मिक तौर ते मसीह नाल जुड़दा है तां ओ नवीं सृष्टि बनदा है। आत्मिक तौर ते, शारीरिक तौर ते नहीं। ज़्यादातर लोग शारीरिक तौर दे नाल कहंदे असीं मसीह विच आ। किदां? मैं जी अपना बाहर वीजे दे लई प्रार्थना कीती सी, बस मेरी सुन लई कि हुण मैं मसीह च। मसीह की है, किदां है, असीं मसीह दे विच किस तरह प्रभु दे अपना शिगिरद बन सकते हैं, किस तरह असीं प्रभु दे विच परमेश्वर की संतान बन सकते, इहदा कोई मतलब नहीं। मेरा आ काम बन गया ये नहीं सी, मेरा ब्याह नहीं सी हुंदा, ब्याह हो गया, मेरे होर काम नहीं सी हुंदे, वो हो गए। बट परमेश्वर नाल किस तरह मिल सकते, परमेश्वर मेरे नाल किस तरह प्यार करता है, अते परमेश्वर किस तरह मेरे नाल प्यार करके अपने जीवन नूं प्रगट करता है, ये गल्लां ने, मतलब शारीरिक गल्लां। हथ विच बाइबल फड़न दे नाल मैं मसीही नहीं बन सकता। जब मैं बाइबल नूं पढ़दा, उस दे अनुसार चलदा हाँ, उस दे अनुसार जीवन बतीत करदा, तां मैं मसीही हाँ, तां मैं परमेश्वर की संतान हाँ। वधिया सॉन्ग गाण दे नाल, लंबी प्रार्थना करन दे नाल मैं मसीही नहीं। जब तक आत्मिक रीति नाल मेरा परमेश्वर पुत्र दे विच सही रीत दे नाल जन्म नहीं हुंदा, उदों तक मैं नवीं सृष्टि दा अंग नहीं। याद रखना, नवीं सृष्टि दा अंग नहीं। अपने आप दे विच ध्यान करना है, अपने आत्मिक जीवन ते ध्यान करना है कि सचमुच मैं नवा जन्म पा लिया है, मैं सचमुच परमेश्वर की संतान बन गया हाँ। यूहन्ना जदों असी 3 अध्याय उस दी 3 ਤੋਂ 5 तक पढ़ते हैं तो यूहन्ना इत्थे कहंदा है, यसू ने निकोदेमुस नूं उत्तर दिता, मैं तैनूं सच सच आखदा हाँ कि कोई मनुख जेकर नवें सिरों ना जमे तो परमेश्वर दे राज नूं वेख नहीं सकता। पहली गल है वेख नहीं सकता। उस तो बाद कहता निकोदेमुस ने आख्या, मनुख जा बुढ़ा हो गया तो क्यों कुछ जम सकता है कि वो फिर कि ये हो सकता है जो अपनी माँ के कुख विच दूई बार जावे अते जमे। यसू ने उत्तर दिता, मैं तेनों सच सच आखदा हाँ कि कोई मनुख जेकर जल और आत्मा तो ना जमे तो परमेश्वर के राज में बढ़ नहीं सकता। देखना ते बढ़ना दो गल्लां है नवे जन्म की। कहंदा जद तक मनुख नवे सिरे तो ना जमे तो परमेश्वर के राज में वेख नहीं सकता।
परमेश्वर दे राज नूं वेखण दे लई मैनू नवां जन्म पाप तौबा पापां तो मन फराना पएगा सच्चे दिल दे नाल। रोमिया दे विच लिखण वाला पौलुस इहो तां कहंदा है, जद तक मैं अपने मूँह दे नाल इकरार नहीं कर लैंदा कि प्रभु यीशु मसीह जो स्वर्ग तो परमेश्वर सी और वो परमेश्वर मेरे लिए मनुख बन के इस दुनिया दे विच मेरे पापां दे लई कालवरी क्रूस के उत्ते मारिया गया, एक ही वचन के अनुसार दफन किया गया, एक ही वचन के अनुसार तीसरे दिहाड़े जी उठिया, हुण वो मेरा प्रभु है। जब तक मैं गल स्वीकार नहीं कर लैंदा उदों तक भाई मेरा नवा जन्म नहीं। मैं ਉਹਨੂੰ देखना तक ही मैं ਉਹਦੇ ਵਿੱਚ ਬਣਨਾ ਕੀ। ਦੇਖਣ ਦੇ ਲਈ ਪਾਪਾਂ ਦੀ ਮਾਫੀ, ਪਰਮੇਸ਼ਰ ਦੇ ਰਾਜ ਵਿੱਚ ਜਾਣ ਦੇ ਲਈ ਪਰਮੇਸ਼ਰ ਪੁੱਤਰ ਦੇ ਜੀ ਉੱਠਣ ਦੀ ਸਵੀਕ੍ਰਿਤੀ, ਭਾਵ ਉਹਨੂੰ ਆਪਣੇ ਜੀਵਨ ਦੇ ਵਿੱਚ ਮੰਨਣਾ ਕਿ ਉਹ ਮੇਰੇ ਲਈ ਜੀ ਉੱਠਿਆ ਹੈ। ਹੁਣ ਉਹ ਮੇਰਾ ਪ੍ਰਭੂ, ਹੁਣ ਮੇਰਾ ਜੀਵਨ ਮੇਰਾ ਨਹੀਂ ਪ੍ਰਭੂ ਦਾ ਹੈ, ਪ੍ਰਭੂ ਦਾ ਨਵੀਂ ਸ੍ਰਿਸ਼ਟ ਦਾ। ਹੁਣ ਮੇਰਾ ਜੀਵਨ ਮੇਰਾ ਨਹੀਂ, ਜਿਵੇਂ ਪੌਲੁਸ ਗਲਾਤੀਆਂ 2:20 ਦੇ ਵਿੱਚ ਕਹਿੰਦਾ ਹੈ ਕਿ ਮਸੀਹ ਮੇਰੇ ਲਈ ਮਰ ਗਿਆ, ਹੁਣ ਮੈਂ ਜ਼ਿੰਦਾ ਨਹੀਂ, ਮਸੀਹ ਮੇਰੇ ਵਿੱਚ ਜ਼ਿੰਦਾ ਹੈ ਜਿਨ ਮੇਰੇ ਨਾਲ ਪਿਆਰ ਕੀਤਾ, ਕਿ ਉਹਦਾ ਜੀਵਨ ਮੇਰੇ ਵਿੱਚ ਪ੍ਰਗਟ ਹੋਵੇ। ਉਹਦਾ ਜੀਵਨ स्वर्ग ਦਾ, मतलब स्वर्ग ਦੀ ਨਵੀਂ ਸ੍ਰਿਸ਼ਟ ਦਾ, ਜਿਸ ਦੇ ਵਿੱਚ ਪਵਿੱਤਰਤਾ ਹੈ, ਜਿਸ ਦੇ ਵਿੱਚ ਸੱਚਾਈ ਹੈ, जिस दे विच प्रेम है, जिस दे विच परमेश्वर की धार्मिकता है। ये गल्लां ओहदी नवीं सृष्ट दे विच है। इस संसार दे विच, इस संसार दे विच ये गल्लां नहीं। संसार दे विच पाप है, ईश है, निंदा है, चुगली है, धोखा है, सब गल्लां इस संसार दे विच है। पर परमेश्वर का प्रेम, परमेश्वर की पवित्रता, परमेश्वर की सच्चाई, परमेश्वर की धार्मिकता, ये सानू नवे जन्म ते मिलदी है। ये नवीं सृष्ट दीयां गल्लां है। नवीं सृष्ट दे विच प्यार दीयां गल्लां है, नवीं सृष्ट दे विच सच्चाई दी गल्लां है, नवीं सृष्ट दे विच पवित्रता दीयां गल्लां है, नवीं सृष्ट दे विच धार्मिकता दीयां, मतलब परमेश्वर दे नाल सही संबंध दीयां गल्लां है। लेकिन इस युग दे विच ये गल्लां नहीं। इसलिए प्यारो असी मसीह दे विच नवीं सृष्ट आ। जे नवीं सृष्ट हाँ तां सानू परमेश्वर दे नाल आत्मिक रीति दे नाल उस नूं स्वीकार करके उस दे वचन दी संगत दे विच दिन प्रति दिन वधना है। नवीं सृष्ट दे विच की गल्लां ने? नवीं सृष्ट असी तौबा करन दे नाल बन जाते हाँ, पर इस विच अगे नवीं सृष्ट दे विच वधना, डेवलप होना की है? 4 गल्लां रसूलां दे करतब 2:42 विच लिखियां हुई हैं। रसूलां दे करतब 2:42 विच हर एक विश्वासी दे लई लिखियां हुई हैं। की है? रोटी तोड़ना, संगति करना, प्रार्थना करना, वचन की सिक्ख्या लेना। ये 4 गल्लां मेरे जीवन जरूरी है, जो मैनू नवीं सृष्टि दे विच स्थिर बना के रखनी है। जे एक टेबल दे विच 3 लत्तां होण कदे टिकिया नहीं रहता, एक कुर्सी दे विच 3 लत्तां होण चौथी ना होवे तां टिकिया नहीं रहता। परमेश्वर ने मैनू मसीह दी नवीं सृष्टि विच उन्नत होण दे लई ये 4 गल्लां मेरे लई दित्तियां है, जद तक वो आ नहीं जाता। उन्हें क्या एक करते रहो। की करते? चेले लगातार एक गल्लां करन विच लगे रहे, संगति करन विच, रोटी तोड़न विच, प्रार्थना करन विच, बाइबल अध्ययन करन विच लगे रहे। नवीं सृष्टि दीयां गल्लां ने ही, नवीं सृष्टि दे विच अगे वधन दीयां गल्लां ने, आत्मिक उन्नति दीयां गल्लां ने। जिहड़ा नवीं सृष्टि दा व्यक्ति है, जिहड़ा नवीं सृष्टि मसीह यस्सु दे विच है, वो स्वर्ग दीयां गल्लां करदा है, धरती दीयां गल्लां नहीं। मैं आप दे लई एक वचन पढ़ना चाहता हाँ। 2 कुरिन्थियां 4 अध्याय, 2 कुरिन्थियां
ਉਸ ਦਾ 4 ਅਧਿਆਇ ਉਸ ਦੀ 6 ਆਇਤ ਵਿੱਚ ਲਿਖਿਆ ਹੈ। 4 ਦੀ 6 ਵਿੱਚ ਇੱਥੇ ਲਿਖਿਆ ਹੈ, ਕਿਉਂ ਜੋ ਪਰਮੇਸ਼ਵਰ ਜੀ ਨੇ ਆਖਿਆ ਸੀ ਜੋ ਹਨੇਰਿਓਂ ਚਾਨਣ ਚਮਕੇ, ਉਹ ਸਾਡਿਆਂ ਮਨਾਂ ਵਿੱਚ ਚਮਕਿਆ। ਭਾਈ ਪਰਮੇਸ਼ਵਰ ਦਾ ਤੇਜ ਦਾ ਗਿਆਨ ਮਸੀਹ ਦੇ ਮੁਖ ਵਿੱਚ ਪ੍ਰਕਾਸ਼ ਕਰੇ। ਮੇਰੇ ਜੀਵਨ ਵਿੱਚ ਮਸੀਹ ਦਾ ਪ੍ਰਕਾਸ਼ ਹੈ ਨਵੀਂ ਸ੍ਰਿਸ਼ਟ ਦੇ ਵਿੱਚ। ਉਹ ਪ੍ਰਕਾਸ਼ ਕੀ ਹੈ? ਪਰਮੇਸ਼ਵਰ ਦਾ ਵਚਨ। ਜਦੋਂ ਅਸੀਂ ਨਿਤ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦੇ ਹਾਂ, ਇਸ ਨਵੀਂ ਸ੍ਰਿਸ਼ਟ ਦੀਆਂ ਨਵੀਆਂ ਗੱਲਾਂ ਮੇਰੇ ਵਿੱਚ ਆਤਮਿਕ ਉન્નਤੀ ਦੇ ਲਈ, ਪਰਮੇਸ਼ਵਰ ਦੇ ਨਾਲ ਮਿਲਣ ਦੇ ਲਈ ਨੇੜਤਾ ਵਿੱਚ ਹੁੰਦੀਆਂ ਜਾਂਦੀਆਂ ਨੇ। ਪਰਮੇਸ਼ਵਰ ਨਵੀਂ ਸ੍ਰਿਸ਼ਟ ਦੇ ਵਿੱਚ ਪਹਿਲੀ ਗੱਲ ਕਹਿੰਦਾ ਹੈ ਪਾਪਾਂ ਤੋਂ ਮਾਫੀ। ਦੂਸਰੀ ਗੱਲ, ਨਵੀਂ ਸ੍ਰਿਸ਼ਟ ਦੇ ਵਿੱਚ ਵਧਣ ਦੇ ਲਈ ਕਹਿੰਦਾ ਹੈ 4 ਗੱਲਾਂ: ਸੰਗਤੀ, ਰੋਟੀ ਤੋੜਨਾ, ਪ੍ਰਾਰਥਨਾ ਕਰਨਾ ਅਤੇ ਵਚਨ ਦੀ ਸੰਗਤ ਵਿੱਚ, ਭਾਵ ਬਾਈਬਲ ਅਧਿਐਨ ਦੇ ਵਿੱਚ ਲੱਗੇ ਰਹਿਣਾ। ਇਹ ਨਵੀਂ ਸ੍ਰਿਸ਼ਟ ਦੀਆਂ ਗੱਲਾਂ। ਅਸੀਂ ਇਹ ਨਵੀਂ ਸ੍ਰਿਸ਼ਟ ਦੀਆਂ ਗੱਲਾਂ ਨਹੀਂ ਕਰਦੇ। ਪ੍ਰਭੂ ਯਿਸੂ ਮਸੀਹ ਦੇ ਬਿਨਾ ਸਾਡੀ ਦਸ਼ਾ ਕਿਹੋ ਜਿਹੀ ਹੁੰਦੀ ਹੈ, ਇਹ ਜਾਣਾਂਗੇ ਤਦ ਸਾਨੂੰ ਸਮਝ ਆਵੇਗਾ ਕਿ ਉਸ ਨੂੰ ਆਪਣੇ ਜਿਉਂਦੇ ਅਤੇ ਵਿਅਕਤੀਗਤ ਮੁਕਤੀ ਦਾਤੇ ਦੇ ਰੂਪ ਵਿੱਚ ਸਵੀਕਾਰ ਕਰਨ ਦੇ ਦੁਆਰਾ ਪੂਰੀ ਤਰ੍ਹਾਂ ਨਾਲ ਬਦਲ ਜਾਣ ਦੀ ਲੋੜ ਹੈ। ਇਹ ਹੈ ਨਵੀਂ ਸ੍ਰਿਸ਼ਟ। ਪੁਰਾਣੀਆਂ ਗੱਲਾਂ ਛੱਡ ਦਿਓ, ਨਵੀਆਂ ਵੱਲ ਜਾਣ ਦੀ ਲੋੜ ਨਹੀਂ। ਯਸ਼ਾਇਆ 1:6 ਦੇ ਵਿੱਚ ਕੀ ਕਹਿੰਦਾ ਹੈ? ਪੈਰ ਦੀ ਤਲੀ ਤੋਂ ਸਿਰ ਤਾਈਂ ਉਸ ਵਿੱਚ ਤੰਦਰੁਸਤੀ ਨਹੀਂ, ਸੱਟ ਚੋਟ ਅਤੇ ਕੱਚੇ ਘਾਉ ਉਹਦੇ ਨਿਮਿਤ ਕੀਤੇ ਗਏ ਅਤੇ ਬੰਨੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ। ਅਤੇ ਯਰਮਾਇਆ 17:9 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਦਿਲ ਸਭ ਚੀਜ਼ਾਂ ਨਾਲ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹਨੂੰ ਕੌਣ ਜਾਣ ਸਕਦਾ ਹੈ। ਮਤੀ 15:19 ਤੋਂ 20 ਮੈਂ ਆਪ ਦੇ ਲਈ ਪੜ੍ਹ ਰਿਹਾ। ਇੱਥੇ ਪਰਮੇਸ਼ਵਰ ਦਾ ਦਾਸ ਕੀ ਕਹਿ ਰਿਹਾ ਇਸ ਦੇ ਬਾਰੇ, ਮੈਂ ਆਪ ਦੇ ਲਈ ਪੜ੍ਹ ਰਿਹਾ। ਮਤੀ 15:19 ਅਤੇ 20 ਆਇਤ ਇੱਥੇ ਲਿਖਿਆ ਹੈ, ਕਿਉਂਕਿ ਬੁਰੇ ਖਿਆਲ, ਖੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਅਤੇ ਅਗਾਈਆਂ ਕੁਫਰ ਦਿਲੋਂ ਨਿਕਲਦੇ ਹਨ। ਇਹ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ, ਪਰ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ। ਦਿਲ ਦੀਆਂ ਗੱਲਾਂ। ਇਸ ਲਈ ਦਿਲੋਂ ਪ੍ਰਭੂ ਨੂੰ ਸਵੀਕਾਰ ਕਰਕੇ ਨਵੀਂ ਸ੍ਰਿਸ਼ਟ ਦੇ ਭਾਗੀਦਾਰ ਬਣ ਦਿਓ ਜੋ ਬਣੇ ਨਹੀਂ। ਜਿਹੜੇ ਬਣ ਚੁੱਕੇ ਨੇ ਉਹ ਉਸ ਦੀ ਉન્નਤੀ ਦੇ ਵਿੱਚ ਦਿਨ ਪ੍ਰਤੀ ਦਿਨ ਸੰਗਤੀ ਵਿੱਚ ਲੱਗੇ ਰਹੋ। ਸੰਗਤੀ ਅਲੱਗ-ਅਲੱਗ ਤਰੀਕੇ ਦੇ ਨਾਲ ਹੈ। ਸੰਗਤੀ ਅਲੱਗ-ਅਲੱਗ ਤਰੀਕੇ ਦੇ ਨਾਲ, ਭੈਣਾਂ ਦੀ ਸੰਗਤ ਹੈ, ਬੱਚਿਆਂ ਦੀ ਸੰਗਤ ਹੈ, ਜਵਾਨਾਂ ਦੀ ਸੰਗਤ ਹੈ, ਹਰ ਤਰ੍ਹਾਂ ਦੀ ਸੰਗਤ ਸਾਡੇ ਵਿੱਚ ਹੈ। ਉਸ ਸੰਗਤ ਵਿੱਚ ਲੱਗੇ ਰਹੋ। ਸੰਗਤ ਦਾ ਮਤਲਬ ਹੈ ਪਰਮੇਸ਼ਵਰ ਦੀ ਸੱਚੀ ਸੰਗਤ ਦੇ ਨਾਲ ਉਸ ਦੇ ਉੱਪਰਲੇ ਗਿਆਨ ਨੂੰ ਪ੍ਰਾਪਤ ਕਰਨਾ ਕਿ ਅਸੀਂ ਪਰਮੇਸ਼ਵਰ ਨਾਲ ਜਾ ਮਿਲੀਏ। ਬਾਹਰੋਂ ਅਸੀਂ ਬਹੁਤ ਹੀ ਚੰਗੇ ਅਤੇ ਮਧੁਰ ਬੋਲਣ ਵਾਲੇ ਵਿਅਕਤੀ ਵਿਖਾਈ ਦਿੰਦੇ ਹਾਂ, ਕਿੰਨੇ ਤਾਂ ਧਰਮੀ ਅਤੇ ਸੰਸਕ੍ਰਿਤੀ ਅੰਦਰੋਂ ਬਦਬੂ ਆਉਂਦੀ ਹੈ। ਜਦੋਂ ਉਹਨਾਂ ਨਾਲ ਵਿਅਕਤੀਗਤ ਬੈਠੋ, ਉਹਨਾਂ ਦੀਆਂ ਵਾਈਫ ਆਪਣਾ ਕਲੀਅਰ ਕਰ ਦਿੰਦੀਆਂ, ਭਾਜੀ ਮੈਨੂੰ ਤਾਂ ਇਹਦੇ ਤੋਂ ਨਫ਼ਰਤ ਆਉਂਦੀ ਹੈ। ਬਾਹਰੋਂ ਤਾਂ ਬੜੇ ਚੱਟੇ ਕੱਪੜੇ ਪਾ ਕੇ ਜਾਂਦਾ ਹੈ, ਬੜੀਆਂ ਪਿਆਰ ਦੀਆਂ ਗੱਲਾਂ ਕਰਦਾ ਹੈ, ਘਰ ਦੇ ਵਿੱਚ ਬੇੜਾ ਗਰਕ ਹੋਇਆ ਪਿਆ, ਹਵਾਈ ਉੱਤਿਆ ਪਿਆ। ਨਵੀਂ ਸ੍ਰਿਸ਼ਟ ਦੇ ਅਜਿਹੇ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਦਿਲ ਪੂਰੀ ਤਰ੍ਹਾਂ ਨਾਲ ਬਦਲਿਆ ਹੋਣਾ ਚਾਹੀਦਾ ਹੈ। ਜੋ ਸਾਡੇ ਅੰਦਰ ਆ ਉਹ ਬਾਹਰ ਵੀ ਹੋਣਾ ਚਾਹੀਦਾ ਹੈ। ਜੇ ਅੰਦਰ ਪ੍ਰੇਮ ਹੈ ਤਾਂ ਬਾਹਰ ਵੀ ਪ੍ਰੇਮ ਹੋਣਾ ਚਾਹੀਦਾ। ਅੰਦਰ ਸੱਚ ਹੈ ਤਾਂ ਬਾਹਰ ਵੀ ਸੱਚ ਹੋਣਾ ਚਾਹੀਦਾ ਹੈ। ਜੇ ਅੰਦਰ ਪਵਿੱਤਰਤਾ ਹੈ ਤਾਂ ਬਾਹਰ ਵੀ ਪਵਿੱਤਰਤਾ ਹੋਣੀ ਚਾਹੀਦੀ ਹੈ। ਜੇ ਅੰਦਰ ਮੇਰਾ ਸਹੀ ਸੰਬੰਧ ਹੈ ਤਾਂ ਬਾਹਰ ਵੀ ਸਹੀ ਸੰਬੰਧ ਹੋਣਾ ਚਾਹੀਦਾ।
ਇਹ ਹੈ ਨਵੀਂ ਸ੍ਰਿਸ਼ਟੀ। ਨਵੀਂ ਸ੍ਰਿਸ਼ਟ ਦੀਆਂ ਗੱਲਾਂ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਦਿੱਤੀਆਂ। ਪਰਮੇਸ਼ਰ ਮੈਨੂੰ ਇੱਥੇ ਸਜ਼ਾ ਦੇਣ ਨਹੀਂ ਸੀ ਆਇਆ, ਮੈਨੂੰ ਮਾਰਨ ਨਹੀਂ ਆਇਆ ਸੀ। ਬਾਈਬਲ ਦੇ ਵਿੱਚ ਲਿਖਿਆ ਹੈ, ਪਰਮੇਸ਼ਰ ਨੇ ਕਿਹਾ ਹੈ ਕਿ ਮੈਂ ਪੁੱਤਰ ਨੂੰ ਇਸ ਲਈ ਨਹੀਂ ਘੱਲਿਆ ਕਿ ਉਹ ਤੁਹਾਡੇ ਉੱਤੇ ਦੋਸ਼ ਲਾਵੇ, ਬਲਕਿ ਇਸ ਲਈ ਘੱਲਿਆ ਕਿ ਤੁਸੀਂ ਉਸ ਵਿੱਚ ਬਚਾਏ ਜਾਓ। ਇਸ ਲਈ ਕਿ ਤੁਸੀਂ ਨਵੇਂ ਸ੍ਰਿਸ਼ਟੀ ਦੇ ਅਧਿਕਾਰੀ ਹੋ ਜਾਓ, ਨਵੀਂ ਸ੍ਰਿਸ਼ਟ ਦੇ ਵਾਰਿਸ ਹੋ ਜਾਓ, ਜਿਸ ਵਿੱਚ ਮੌਤ ਨਹੀਂ ਹੈ, ਜਿਸ ਵਿੱਚ ਰੋਣਾ ਨਹੀਂ ਹੈ, ਜਿਸ ਵਿੱਚ ਸੰਤਾਪ ਨਹੀਂ ਹੈ, ਜਿਸ ਵਿੱਚ ਕਸ਼ਟ ਨਹੀਂ ਹੈ। ਉਸ ਜ਼ਿੰਦਗੀ ਦੇ ਹੱਕਦਾਰ ਤੁਸੀਂ ਮਸੀਹ ਯਿਸੂ ਦੇ ਵਿੱਚ ਬਣ ਸਕਦੇ ਹੋ। ਬਾਈਬਲ ਦੇ ਵਿੱਚ ਲਿਖਿਆ ਯਹੋਨਾ 16:33 ਦੇ ਵਿੱਚ, ਇਸ ਯੁੱਗ ਦੇ ਵਿੱਚ, ਇਸ ਸੰਸਾਰ ਦੇ ਵਿੱਚ ਤੁਹਾਨੂੰ ਦੁੱਖ ਹੈ, ਕਸ਼ਟ ਹੈ, ਕਲੇਸ਼ ਹੈ, ਪਰ ਹੌਸਲਾ ਰੱਖੋ, ਪਰ ਹੌਸਲਾ ਰੱਖੋ ਕਿ ਮੈਂ ਇਸ ਨੂੰ ਜਿੱਤ ਲਿਆ ਹੈ। ਪ੍ਰਭੂ ਨੇ ਜਿੱਤ ਲਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ, ਕਸ਼ਟਾਂ ਤੋਂ, ਕਲੇਸ਼ਾਂ ਤੋਂ। ਜੋ ਦੁੱਖ ਮੈਂ ਚੱਲਣੇ ਸੀ ਉਹਨੇ ਕਲਵਰੀ ਕਰੂਸ ਦੇ ਉੱਤੇ ਚੱਲ ਲਿਆ। ਹੁਣ ਨਵੀਂ ਸ੍ਰਿਸ਼ਟ ਦੇ ਵਿੱਚ ਪਵਿੱਤਰ ਵਚਨ ਦੇ ਨਾਲ ਪਵਿੱਤਰਤਾ ਦੇ ਵਿੱਚ ਉਹਦੇ ਵਿੱਚ ਵਧਦੇ ਜਾਣਾ ਹੈ। ਅੰਤਿਮ ਗੱਲ ਮੈਂ ਆਪ ਨੂੰ ਕਹਿ ਰਿਹਾ ਹਾਂ, ਸਗੋਂ ਤੁਹਾਡਾ ਨਿਆਂ ਕਰਨ ਵਾਲਾ ਤੁਹਾਨੂੰ ਵੇਖ ਰਿਹਾ ਹੈ, ਕਿਉਂਕਿ ਹੁਣ ਉਹ ਚਰਨੀ 'ਚ ਜਨਮ ਲੈਣ ਲਈ ਨਹੀਂ ਆਏਗਾ, ਉਹ ਹੁਣ ਨਿਆਂ ਦੇ ਲਈ ਇਸ ਦੁਨੀਆ ਦੇ ਵਿੱਚ ਆਏਗਾ, ਕਿਉਂਕਿ ਨਿਆਂ ਦਾ ਤਰਾਜੂ ਉਹਦੇ ਕੋਲ ਹੈ। ਅਸੀਂ ਗਾਣਾ ਗਾਉਂਦੇ ਹੁੰਦੇ ਹਾਂ, ਖੁੱਲ ਜਾਏਂਗੀ ਕਿਤਾਬें जब भी हिसाब होगा, इंसाफ का तराजू यीशु के हाथों होगा। प्यारो, नवीं सृष्ट ਦੇ ਲਈ ਦਰਵਾਜ਼ਾ ਪਰਮੇਸ਼ਰ ਨੇ ਖੋਲ੍ਹਿਆ ਹੋਇਆ ਹੈ। ਜੇ ਤੁਸੀਂ ਸੱਚਮੁੱਚ ਪਰਮੇਸ਼ਰ ਦੀ ਨਵੀਂ ਸ੍ਰਿਸ਼ਟ ਦੇ ਵਾਰਿਸ ਹੋ ਤਾਂ ਇਸ ਨਿਆਂ ਦੇ ਵਿੱਚ ਬਚ ਕੇ ਤੁਸੀਂ ਪਰਮੇਸ਼ਰ ਦੇ ਸਦਾ ਸਦਾ ਦੇ ਅਨੰਤ ਜੀਵਨ ਦੇ ਭਾਗੀਦਾਰ ਹੋ ਕੇ ਉਸ ਨਵੀਂ ਸ੍ਰਿਸ਼ਟ ਦੇ ਵਿੱਚ ਆਨੰਦ ਦਾ ਜਸ਼ਨ ਆਪਣੇ ਜੀਵਨ ਦੇ ਵਿੱਚ ਮਨਾਓ। ਪਰ ਜੇ ਤੁਸੀਂ ਇਹ ਕੰਮ ਨਹੀਂ ਕੀਤਾ ਤਾਂ ਤੁਸੀਂ ਵਿਨਾਸ਼ ਅਤੇ ਹਮੇਸ਼ਾ ਹਮੇਸ਼ਾ ਦੀ ਮੌਤ ਦੇ ਅਧੀਨ ਚਲੇ ਜਾਓਗੇ। ਇਸ ਲਈ ਨਵਾਂ ਜੀਵਨ ਪਾ ਕੇ ਆਪਣੇ ਜੀਵਨ ਨੂੰ ਨਵੀਂ ਸ੍ਰਿਸ਼ਟ ਦੇ ਸਮਰਪਿਤ ਕਰੋ, ਤਾਂ ਕਿ ਪਰਮੇਸ਼ਰ ਤੁਹਾਡੇ ਉੱਤੇ ਆਪਣੀ ਕਿਰਪਾ ਕਰਕੇ ਆਪ ਨੂੰ ਆਪਣੇ ਜੀਵਨ ਦੇ ਵਿੱਚ ਲਵੇ। ਜਦੋਂ ਆਵੇ ਤਾਂ ਉਸ ਜੀਵਨ ਦੇ ਵਿੱਚ ਆਪ ਨੂੰ ਆਸ਼ੀਸ਼ ਦੇਵੇ ਅਤੇ ਤੁਸੀਂ ਉਸ ਆਸ਼ੀਸ਼ ਦੇ ਭਾਗੀਦਾਰ ਬਣ ਕੇ ਇਸ ਧਰਤੀ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਸਕੋ, ਔਰ ਜਿਸ ਦੇ ਨਾਲ ਪਰਮੇਸ਼ਰ ਦਾ ਆਨੰਦ ਤੁਹਾਡੇ ਜੀਵਨ ਦੇ ਵਿੱਚ ਪੂਰਾ ਹੋ ਸਕੇ। ਪ੍ਰਭੂ ਆਪ ਨੂੰ ਨਵੀਂ ਸ੍ਰਿਸ਼ਟ ਹੋਣ ਦੇ ਲਈ, ਨਵੀਂ ਸ੍ਰਿਸ਼ਟ ਦੀ ਆਤਮਿਕ ਉન્નਤੀ ਦੇ ਵਿੱਚ ਵਧਣ ਦੇ ਲਈ ਆਪ ਦੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।